ਉਹ ਪੋਸਟਾਂ ਚੜ ਗਈਆਂ ਵੀ ਇੰਨਾ ਲੀਲਾ ਵਾ ਇੰਨਾ ਲੈ ਰਾਜ ਹੁਣ ਵੈਸ ਘੁੰਮਣ ਸਿਆਲਕੋਟ ਇੰਤਕਾਲ ਕਰ ਗਏ ਤੇ ਜਨਾਜ਼ੇ ਦਾ ਕਿਸੇ ਵੀ ਨਹੀਂ ਲਿਖਿਆ ਵੀ ਜਨਾਜ਼ਾ ਕਿਹੜੇ ਟਾਈਮ। ਮੇਰਾ ਕੌੜਾ ਵੱਟਾ ਇੱਕ ਵਾਰੀ ਖਾ ਕਰਦਾ ਉਹ ਗੱਲ ਪੇ ਸੁਣਾਣੇ ਸਾਂ ਵੀ ਲਾਈਕ ਵਿਊ ਕਮੈਂਟ ਲੈਣ ਵਾਸਤੇ ਬੰਦੇ ਕੀ ਕਰ ਛੱਡਦੇ ਨੇ। ਤਹਿਕੀਕ ਕਰ ਲੈਣੀ ਚਾਹੀਦੀ ਹੈ ਕਿ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਕਿਆ ਇਹਦੇ 'ਚ ਸਦਾਕਤ ਹੈ ਵੇ ਕਿ ਨਹੀਂ ਹੈ। ਨਬੀ ਪਾਕ ਦਾ ਫਰਮਾਨ ਆਲੀ ਸ਼ਾਨ ਵੀ ਹੈ ਕਿ ਜਦੋਂ ਕੋਈ ਤੁਹਾਡੇ ਕੋਲ ਖਬਰ ਲੈ ਕੇ ਆਵੇ ਤੁਸੀਂ ਉਹਦੀ ਤਸਦੀਕ ਜ਼ਰੂਰ ਕਰੋ ਆਇਆ ਕਿ ਇਹ ਖਬਰ ਜਿਹੜੀ ਹੈ ਸੱਚੀ ਹੈ ਜਾਂ ਝੂਠੀ ਹੈ। ਉਂਝ ਨੂੰ ਅੱਗੇ ਸ਼ੇਅਰ ਨਾ ਕਰੋ। ਅੱਜ ਤੋਂ ਨਾ ਕੋਈ 3 ਸਾਲ ਪਹਿਲਾਂ ਇੱਕ ਇਹਦਾ ਵਾਕਿਆ ਮੇਰੇ ਨਾਲ ਹੋਇਆ। ਮੋਟਰਸਾਈਕਲ ਤੇ ਮੈਂ ਘਰੋਂ ਨਿਕਲਿਆ ਕਿਤੇ ਚੱਲਾ ਸਾਂ। ਮੇਰੀ ਮੋਟਰਸਾਈਕਲ ਦੀ ਲਾਈਟ ਮੱਧਮ ਸੀ। ਅੱਗੇ ਰੋਡ ਦੇ ਉੱਤੇ ਨਾ ਘਰੋਂ ਨਿਕਲਿਆ ਹੀ ਆ ਤੇ ਰੋਡ ਦੇ ਉੱਤੇ ਕਿਸੇ ਨੇ ਇੱਟਾਂ ਦਾ ਡੈਂਪਰ ਸਟਾਇਆ ਸੀ। ਹੋਇਆ ਇਸੇ ਤਰ੍ਹਾਂ ਬਈ ਉਹ ਮੈਂ ਵੀ ਸਪੀਡ 'ਚ ਸਾਂ, ਮੋਟਰਸਾਈਕਲ ਦੀ ਲਾਈਟ ਵੀ ਮੱਧਮ ਸੀ, ਇੱਟਾਂ ਇੰਝ ਹੀ ਪਈਆਂ ਸਨ। ਉਹ ਮੇਰੀ ਜਾ ਕੇ ਨਾ ਭਾਜੀ ਟੱਕਰ ਹੋ ਗਈ ਉਹਨਾਂ ਦੇ ਇੱਟਾਂ ਦੇ ਨਾਲ। ਮੈਂ ਕਿਸੇ ਪਾਸੇ ਮੋਟਰਸਾਈਕਲ ਕਿਸੇ ਪਾਸੇ ਇਹ ਮੇਰਾ ਗੁੱਟ ਵੀ ਟੁੱਟ ਗਿਆ, ਹੱਥ ਵੀ ਮਤਲਬ ਇੱਥੋਂ ਚੀਰ ਕਤਾ ਤੇ ਇੱਥੇ ਨਾ ਵਾਹਵਾ ਸੱਟਾਂ ਲੱਗੀਆਂ ਮੈਨੂੰ। ਚਲੋ ਮੈਂ ਫਟਾਫਟ ਨਾ ਉਸੇ ਵੇਲੇ ਨਾ ਉੱਠ ਕੇ ਖਲੋਤਾ। ਸਿਰ ਤੇ ਮੇਰਾ ਹੈਲਮਟ ਸੀ ਤੇ ਹੈਲਮਟ ਇੰਜ ਦਾ ਟੁੱਟ ਗਿਆ ਬਈ ਕਿਚਰਾ ਹੋ ਗਿਆ। ਜੇ ਹੈਲਮਟ ਨਾ ਹੁੰਦਾ ਤੇ ਫਿਰ ਸੱਟ ਸਿਰ 'ਚ ਲੱਗਣੀ ਸੀ ਨਾ। ਤੇ ਉਹ ਜਿਹੜੇ ਰੁਕ ਮੈਂ ਡਿੱਗਾ ਨਾ ਉੱਠ ਕੇ ਮੈਂ ਫਟਾਫਟ ਖਲੋ ਗਿਆ ਤੇ ਇਧਰੋਂ ਉਧਰੋਂ ਵੇਖਣ ਲੱਗ ਪਿਆ ਤੇ ਘਰ ਦੇ ਨਾਲ ਹੀ ਮਤਲਬ ਸੱਟ ਵੀ ਨਾ ਥੋੜੀ ਜਿਹੀ ਅੱਗੇ ਜਾ ਕੇ ਲੱਗੀ। ਤੇ ਮੈਂ ਵੇਖਿਆ ਨਾ ਜਦੋਂ ਆਪਣੇ ਘਰ ਵੱਲੋਂ ਤੇ ਰੋਡ ਵੇਖਿਆ ਤੇ ਮੈਂ ਹੋਸ਼-ਵਾਸ ਮੇਰੇ ਕਾਇਮ ਨੇ। ਉਹ ਮੇਰਾ ਘਰ ਹੈ ਤੇ ਇਹ ਸਾਡਾ ਰਾਹ ਹੈ ਤੇ ਇਹ ਮੇਰਾ ਸਕੂਟਰ ਪਏ। ਉਹ ਹੱਥ ਮੇਰਾ ਇੰਜ ਲਮਕ ਗਿਆ ਤੇ ਇਹ ਸੱਟਾਂ ਐਡੀ ਛੇਤੀ ਮਹਿਸੂਸ ਨਾ ਹੋਈ ਵੀ ਤਾਜ਼ਾ ਸੱਟ ਲੱਗੀ ਸੀ ਨਾ ਤੇ ਹੱਥ ਦੇ ਵੀ ਖੂਨ ਨਾ ਨਜ਼ਰ ਆਇਆ ਮੈਨੂੰ, ਉਂਝ ਲਮਕ ਗਿਆ। ਉਹ ਜਿਨ੍ਹਾਂ ਮੁੰਡਿਆਂ ਨੇ ਮੈਨੂੰ ਡਿੱਗਦਿਆਂ ਵੇਖਿਆ ਸੀ ਨਾ ਉਹਨਾਂ ਨੇ ਨਾ ਫਟਾਫਟ ਮੋਟਰਸਾਈਕਲ ਖਿਲਾਰ ਲਈ ਤੇ ਮੈਨੂੰ ਆਖਣ ਲੱਗੇ ਵੀ ਬਵੋ ਮੋਟਰਸਾਈਕਲ ਸਾਡੀ। ਤੇ ਮੈਂ ਕਿਹਾ ਕਿਉਂ ਬਵਾਂ, ਮੇਰੀ ਆਪਣੀ ਮੋਟਰਸਾਈਕਲ ਸਿੱਧੀ ਕਰੋ। ਤੇ ਉਹ ਮੋਟਰਸਾਈਕਲ ਦਾ ਹੈਂਡਲ ਵੀ ਪੁੱਠਾ ਹੋ ਗਿਆ, ਟਾਪੇ ਵੀ ਟੁੱਟ ਗਏ, ਮੈਂ ਡਿੱਗਾ ਹੀ ਵੀ ਬੜਾ ਪੈੜਾ। ਤੇ ਮੈਂ ਉਹਨਾਂ ਦੇ ਨਾਲ ਨਾ ਬਵਾਂ, ਮੈਂ ਕਿਹਾ ਮੈਂ ਨਹੀਂ ਬਹਿਣਾ। ਮੈਂ ਕਿਹਾ ਇੱਥੇ ਮੇਰੇ ਮੋਬਾਈਲ ਨੇ ਆ 2 ਮੋਬਾਈਲ ਦੇ ਫੜ ਕੇ ਦਿਓ ਮੈਨੂੰ। ਦਿੱਤੇ ਉਹਨੇ ਫੜ ਕੇ, ਆਖਣ ਲੱਗੇ ਬਵੋ। ਉਹ ਵੇਂਦੇ ਹਨ ਵੀ ਖੂਨ ਵਗਦਾ ਪਿਆ, ਇਹਨੂੰ ਹਸਪਤਾਲ ਖੜੀਏ। ਮੈਂ ਕਿਹਾ ਨਹੀਂ, ਮੈਨੂੰ ਮੇਰੇ ਘਰ ਪਹੁੰਚਾਓ। ਮੈਂ ਜਿੱਦ ਕਰਾਂ ਘਰ ਪਹੁੰਚਾਓ ਤੇ ਮੁੰਡੇ ਆਖਣ ਹਸਪਤਾਲ ਖੜਨਾ। ਮੈਂ ਕਿਹਾ ਨਾ ਘਰ। ਮੈਂ ਜਿੱਦ ਕੀਤੀ ਬੇਬਾ ਉਹਨਾਂ ਨਾਲ ਕੋਈ 2 ਮਿੰਟ ਜਿਰਿਆ ਨਾ ਹੁੰਦੀ ਰਹੀ ਤੇ ਜੀ ਆਉਂਦੇ ਜਾਂਦੇ ਹੋਰ ਵੀ ਖਲੋ ਗਏ। ਸ਼ਾਮ ਦਾ ਟਾਈਮ ਸੀ। ਉਹਨਾਂ ਫਟਾਫਟ ਮੁੰਡਿਆਂ ਮੋਟਰਸਾਈਕਲ ਤੇ ਬਾਇਆ ਤੇ ਮੈਨੂੰ ਘਰ ਛੱਡ ਗਏ। ਨਾਲ ਹੀ ਪਿੱਛੇ ਕੋਈ ਨਾ ਵੈਗਨ ਪਿਆਉਂਦੀ ਸੀ ਸਬਜ਼ੀ ਵੇਚਣ ਵਾਲੇ, ਵਾਪਸ ਆਪਣੇ ਕਿਤੇ ਘਰ ਨੂੰ ਪੇ ਜਾਂਦੇ ਤੇ ਉਹ ਸਬਜ਼ੀ ਵਾਲੀ ਵੈਗਨ ਦੇ ਵਿੱਚ ਮੇਰੀ ਮੋਟਰਸਾਈਕਲ ਲੱਦ ਕੇ ਨਾ ਉਹ ਵੀ ਘਰ ਉਹਨਾਂ ਫਟਾਫਟ ਪਿੱਛੇ ਨਾ ਮੇਰੀ ਮੋਟਰਸਾਈਕਲ ਵੀ ਪੜਾ ਹੜੀ। ਉਹ ਮੈਂ ਲੰਮਾ ਪਿਆ ਮੰਜੀ ਦੇ ਉੱਤੇ ਤੇ ਉਹ ਸਾਡਾ ਇੱਕ ਭਾਈ ਸਲੀਮ ਹੈ ਖੋਖਰ ਸਾਹਿਬ, ਉਹਨਾਂ ਨੂੰ ਅਸੀਂ ਆਨੇ ਨਾਲ ਹੀ ਉਹ ਇਕੱਠੇ ਹੁੰਦੇ ਨੇ। ਤੁਹਾਨੂੰ ਪਤਾ ਹੀ ਸਲੀਮ, ਉਹਨੇ ਤਸਵੀਰਾਂ ਖਿੱਚ ਕੇ ਨਾ ਤੇ ਨੈੱਟ ਉਤੇ ਚਾੜ ਛੜੀਆਂ ਵੀ ਵੈਸ ਘੁੰਮਣ ਸਿਆਲਕੋਟੀ ਨੂੰ ਸੱਟ ਲੱਗ ਗਈ ਹੈ ਤੇ ਇਹਨੂੰ ਹੁਣ ਅਸੀਂ ਹਸਪਤਾਲ ਖੜਨ ਲੱਗਿਆ, ਸਿਵਲ ਹਸਪਤਾਲ। ਚਲੋ ਜਦੋਂ ਉਹ ਸੱਟ ਲੱਗੀ ਦੀ ਫੋਟੋ ਚਾੜੀ ਹੈ ਨਾ ਉਹਨੇ ਕਿ ਸਿਵਲ ਹਸਪਤਾਲ ਖੜਨ ਲੱਗੇ ਆ, ਹਜੇ ਖੜਿਆ ਨਹੀਂ ਉਹਨਾਂ। ਫੋਨ ਆਉਣੇ ਸ਼ੁਰੂ ਹੋ ਗਏ ਨੇ। ਫਿਰ ਪਿਆਰ ਕਰਨ ਵਾਲਿਆਂ ਦਾ ਸ਼ੁਕਰੀਆ ਜਿੰਨੇ ਸਾਡੇ ਵੇਖਣ ਵਾਲੇ ਨੇ, ਹਿੰਦ ਸਿੰਧ ਪੂਰੀ ਦੁਨੀਆ ਤੇ ਵੇਖਦੇ ਨੇ, ਮੁਹੱਬਤ ਕਰਦੇ ਨੇ ਸਾਰੇ, ਯਾ ਕਰਦੇ ਨੇ। ਮੈਂ ਕਦਰ ਕਰਨਾ ਬੜਾ, ਜਿੰਨੇ ਵੀਵਰ ਨੇ ਸਾਰਿਆਂ ਦੀ ਬੜੀ ਕਦਰ ਕਰਨਾ। ਇੰਨਾ ਕਰ ਫੋਨ ਆਉਣਾ ਸ਼ੁਰੂ ਹੋ ਗਿਆ ਵੀ ਕੀ ਹੋਇਆ, ਸੱਟ ਬਹੁਤੀ ਤੇ ਨਹੀਂ ਲੱਗ ਗਈ, ਖੈਰ ਹੈ ਨਾ, ਬਚ ਗਿਆ ਨਾ। ਚਲੋ ਇਹਨਾਂ ਗੱਡੀ 'ਚ ਪਾਇਆ ਤੇ ਮੈਨੂੰ ਨਾ ਸਿਵਲ ਹਸਪਤਾਲ ਲੈ ਗਏ। ਅਜੇ ਅਸੀਂ ਆਪਣੇ ਨਹੀਂ, ਹਸਪਤਾਲ ਇੰਜ ਰਸ਼ ਪੈ ਗਿਆ। ਜੋ ਸਿਆਲਕੋਟ ਦਾ ਮੁੰਡਾ ਸੀ, ਮੇਰਾ ਮਤਲਬ ਆਲ ਦਵਾਲਾ, ਉਹ ਲੋਕ ਇਕੱਠੇ ਹੋ ਗਏ। ਉਹ ਇੰਜ ਹੋ ਗਿਆ ਵੀ ਸਾਡੀ ਗੱਡੀ ਕਾਰ ਸੀ ਸਾਡੇ ਕੋਲ, ਉਹ ਅਗਾਂਹ ਜਾਣ ਹੀ ਨਾ ਦੇਣ, ਪਤਾ ਲੱਗਣ ਵੀ ਇਹ ਗੱਡੀ ਦੇ ਵਿੱਚ ਉਹਨੂੰ ਲਿਆਂਦਾ ਨੇ। ਉਹਨਾਂ ਆਖਿਆ ਉਹ ਸਿਕਿਉਰਿਟੀ ਵਾਲਿਆਂ ਨੇ ਵੀ ਇਹਨੂੰ ਰਾਹ ਤੇ ਦਿਓ, ਅੰਦਰ ਤੇ ਜਾਣ ਦਿਓ ਕਿ ਮਰੀਜ਼ ਉਹਨਾਂ ਲਿਆਂਦਾ ਹੋਵੇ। ਤੇ ਉਹ ਗਏ ਵੀ ਐਮਰਜੈਂਸੀ ਵਾਰਡ ਦੇ ਵਿੱਚ। ਉਹ ਜਦੋਂ ਅੰਦਰ ਲੈ ਕੇ ਗਏ ਨੇ ਨਾ, ਜਾ ਕੇ ਨਾ ਤੇ ਲੰਮਿਆਂ ਪਾਇਆ ਉਹਨਾਂ ਐਮਰਜੈਂਸੀ ਵਾਰਡ ਦੇ ਵਿੱਚ ਨਾ, ਬੈੱਡ ਦੇ ਉੱਤੇ ਲੰਮਿਆਂ ਪਾਇਆ। ਤੇ ਉੱਥੇ ਜਿਹੜੇ ਡਾਕਟਰ ਸਨ ਨਾ ਉਹ ਐਮਰਜੈਂਸੀ ਵਾਲੇ, ਉਹਨਾਂ ਵੇਖਿਆ ਤੇ ਉਹਨਾਂ ਕਿਹਾ ਵੀ ਇੰਨਾ ਕੁ ਚੀਰਾ ਆਇਆ ਤੇ ਹਾਸ ਤੇ ਇਹਦਾ ਕਰ ਲੈ। ਤੇ ਉਹ ਉੱਥੇ ਕੋਈ ਫੈਰ ਵੱਜਿਆਂ ਵਾਲੇ ਆਏ, ਕੋਈ ਲੱਤਾਂ ਟੁੱਟੀਆਂ ਵਾਲੇ ਤੇ ਕੋਈ ਐਕਸੀਡੈਂਟ ਵਾਲੇ, ਤੇ ਉਹਨਾਂ ਨਾਲ ਬਹੁਤੀ ਤਵੱਜੋ ਦੇਣ ਤੇ ਮੇਰੇ ਵਾਲ ਕੋਨਾ ਵੇਖੇ। ਇਹ ਗੱਲ ਹੈ ਕਰੋਨਾ ਦੇ ਦਿਨਾਂ ਦੀ।
ਹੋਇਆ ਇਸੇ ਤਰ੍ਹਾਂ ਵੀ ਇੱਕ ਆਈ ਇਹ ਬੀਬੀ, ਉਹ ਨਾਲ ਉਹਦੇ ਦੂਜੇ ਸਟਾਫ ਹੋਰ ਵੀ ਸੀ। ਵਿਜ਼ਿਟ ਕਰਦਿਆਂ ਜਦੋਂ ਮੇਰੇ ਵੱਲ ਆਈ ਨਾ ਤੇ ਉਹਨੇ ਇੰਝ ਅੱਖਾਂ ਖੋਲ ਕੇ ਤੇ ਮੇਰੇ ਵੱਲ ਵੇਖਿਆ ਤੇ ਮੈਨੂੰ ਚੈੱਕ ਕਰਨ ਦੀ ਬਜਾਏ ਨਾ, ਮੈਂ ਅੱਗੇ ਤੇ ਧਿਆਨ ਹੀ ਨਾ ਦਿੰਦੇ ਤੇ ਮੈਨੂੰ ਵੇਖ ਕੇ ਤੇ ਬੀਬੀ ਟੁਰ ਗਈ। ਉਹ ਜਾ ਕੇ ਨਾ ਤੇ ਅੰਦਰ ਇੱਕ ਵੱਡਾ ਡਾਕਟਰ ਬੈਠਾ ਸੀ, ਉਹਨੇ ਜਾ ਕੇ ਤੇ ਉਸ ਡਾਕਟਰ ਨੂੰ ਦੱਸਿਆ ਵੀ ਜਿਹਦੀਆਂ ਤੂੰ ਵੀਡੀਓ ਵੇਖਣਾ ਉਹ ਤੇ ਉੱਥੇ ਅੰਦਰ ਲੰਮਾ ਪਏ ਆ। ਉਹ ਭੱਜਾ ਆਇਆ, ਨਾਲ ਉਹਦੇ ਹੋਰ ਵੀ ਡਾਕਟਰ। ਉਹ ਵਾਮ ਜਿਹੜੇ ਮੁੰਡੇ ਹਨ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਉਹ ਦਰਵਾਜ਼ਾ ਭੰਨ ਕੇ ਅੰਦਰ ਵੜਨ ਦੀ ਕੋਈ ਉਹਨਾਂ ਡੱਕਿਆ ਡੁੱਕਿਆ ਵੀ ਉਹ ਅੰਦਰ ਹੀ ਏ ਤੇ ਕੋਈ ਠੀਕ ਏ, ਤੁਸੀਂ ਇੰਨਾ ਨਾ ਅੰਦਰ ਜਾ। ਮੁਹੱਬਤ ਸੀ ਨਾ ਉਹਨਾਂ ਦੀ ਵੀ ਅਸੀਂ ਵੇਖੀਏ ਕਿਹੜੀ ਹਾਲਤ ਦੇ ਵਿੱਚ। ਇਹ ਜਿੰਨੇ ਪਤਾ ਲੈਣ ਆਉਂਦੇ ਨੇ ਨਾ ਬਿਮਾਰ ਦਾ, ਉਹ ਕਈ ਬੰਦੇ ਤੇ ਪਤਾ ਲੈਣ ਆਉਂਦੇ ਨੇ ਵੀ ਕੀ ਹਾਲ ਸੂ, ਹਮਦਰਦੀ ਨਾਲ ਆਉਂਦੇ, ਤੇ ਬਹੁਤੇ ਪਤਾ ਲੈਣ ਆਉਂਦੇ ਨੇ ਵੀ ਹੁਣ ਕਿੰਨੇ ਕੁ ਸਾਹ ਰਹਿ ਗਏ ਸੂ। ਆਵੇ ਵੇਖਣ ਆਉਂਦੇ ਨੇ ਤੇ ਜੇ ਕੁਝ 4 ਦਿਨ ਨਾ ਗਾਂ ਜਾਏ ਤੇ ਫਿਰ ਪੇ ਜਾ ਕੇ ਆਉਂਦੇ ਨੇ ਕੋਈ ਵੀ ਨਹੀਂ, ਪਤਾ ਨਹੀਂ ਕਿਹੜੀਆਂ ਕਰਦਾ ਰਿਹਾ, ਕਿਹੜੀਆਂ ਨੂੰ ਭੁਗਦਿਆ, ਫੜਿਆ ਗਿਆ, ਸਾਹ ਹੀ ਨਹੀਂ ਵੀ ਨਿਕਲ ਫਸੇ ਆ, ਕੀਤੀਆਂ ਅੱਗੇ ਆਉਂਦੀਆਂ ਸੋ ਪਈਆਂ। ਕੁਰਾਨ ਪੜੋ, ਫਿਰ ਯਾਦ ਸੀ ਨਾ, ਉਹ ਬੀਬੀਆਂ ਕੋ ਪੁੱਛਣ ਨਾ ਬਈ ਕੀ ਬਣਿਆ, ਤੇ ਆਂਦੇ ਕੋਈ ਵੀ ਨਹੀਂ, ਇੰਝ ਹੀ ਹੈ ਬਸ, ਯਾਸੀਨਾ ਪੇ ਪੜ੍ਹਦੇ ਨੇ ਲਮਕੇ ਆ, ਕੋਈ ਹਾਲ ਨਹੀਂ। ਤੇ ਉਹ ਕਈ ਬੀਬੀਆਂ ਫਿਰ ਪਈਆਂ ਆਂਦੀਆਂ ਨੇ ਬਿਮਾਰ ਦੀ ਮੰਜੀ ਦੇ ਨੇੜੇ, ਵੇ ਪਰਾਂ ਰਾਹ ਦਿਓ, ਵੇ ਫਰਿਸ਼ਤਿਆਂ ਨੂੰ ਵੀ ਜਗਾ ਦਿਓ, ਵੇ ਹੋਣ ਲੱਗਾ ਵੇ ਵਰਦਾ ਦੇਦਾ, ਵੇ ਬੂਹੇ ਖੋਲੋ, ਵੇ ਬਾਰੀਆਂ ਖੋਲੋ। ਹੋਇਆ ਇਸੇ ਤਰ੍ਹਾਂ ਵੀ ਜਦੋਂ ਉਹਨਾਂ ਅਲਟਰਾਸਾਊਂਡ ਕੀਤੀ ਵੀ ਪੇਟ ਦੇ ਵਿੱਚ ਕੋਈ ਐਸੀ ਸੱਟ ਤੇ ਨਹੀਂ ਲੱਗ ਗਈ, ਕੋਈ ਵੇਨ ਕੋਈ ਨਾੜ ਤੇ ਨਹੀਂ ਟੁੱਟ ਗਈ, ਜਾਂ ਮਤਲਬ ਐਕਸਰੇ ਉਹਨਾਂ ਕੀਤੇ, ਅਲਟਰਾਸਾਊਂਡ ਕੀਤੀ, ਸਿਰ ਦਾ ਸਿਟੀ ਸਕੈਨ ਕੀਤਾ। ਉਹਨਾਂ ਜਦੋਂ ਸਾਰੇ ਟੈਸਟ ਮੁਕੰਮਲ ਕੀਤੇ ਨੇ ਨਾ, ਅਜੇ ਉਹ ਉੱਥੇ ਕਰਦੇ ਸਨ ਪਏ, ਅਲਟਰਾਸਾਊਂਡ ਮੇਰੀ ਕਰਦੇ ਸਨ ਪਏ, ਸਿਟੀ ਸਕੈਨ ਵਾਸਤੇ ਮੈਨੂੰ ਖੜਿਆ ਸਨ, ਤੇ ਘਰ ਕੋਈ ਬੰਦੇ ਆ ਗਏ, ਅੰਮਾਰਾਂ ਨੂੰ ਆ ਕੇ ਆਖਣ ਲੱਗੇ ਬਈ ਵੈਸ ਦਾ ਕੀ ਹਾਲ ਹੈ। ਉਹਨੇ ਆਖਿਆ ਵੈਸ ਦਾ ਹਾਲ ਇਸੇ ਤਰ੍ਹਾਂ ਦਾ ਵੀ ਜਦੋਂ ਤੂੰ ਘਰੋਂ ਖੜਿਆ ਹਣੇ ਨਾ, ਆਪਣੇ ਪੈਰਾਂ ਤੇ ਟੁਰ ਕੇ ਉਂਝ ਗੱਡੀ ਦੇ ਵਿੱਚ ਬੈਠਾ, ਉਂਝ ਹਾਲਤ ਇਸੇ ਤਰ੍ਹਾਂ ਹੀ ਸੀ। ਤੇ ਉਹਨੇ ਆਖਿਆ ਨੈਟ ਤੇ ਖਬਰ ਚੜੀ ਵੈਸ ਫੌਤ ਹੋ ਗਿਆ। ਅੰਮਾਰੀ ਸਾਡੇ ਬੜੇ ਜਿਗਰੇ ਵਾਲੇ ਨੇ, ਵੱਡਾ ਕਲੇਜਾ ਸਾਡੀ ਮਾਂ ਨੂੰ ਰੱਬ ਨੇ ਦਿੱਤਾ। ਮੈਂ ਨਾ ਇੰਜ ਦੀ ਮਾਂ ਅੱਲਾ ਪਾਕ ਸਾਰਿਆਂ ਨੂੰ ਦੇ, ਕਿਉਂਕਿ ਸਾਡੇ ਬਾਪ ਦੇ ਫੌਤ ਹੋਣ ਤੋਂ ਬਾਅਦ ਉਹ ਹੀ ਸਾਡੀ ਮਾਂ ਤੇ ਉਹ ਹੀ ਸਾਡਾ ਪਿਓ। ਸਾਡਾ ਬਾਪ ਸਕੂਲ ਟੀਚਰ ਸੀ, ਪੈਨਸ਼ਨ ਉਹਨਾਂ ਦੀ ਆਉਂਦੀ ਸੀ, ਮਾਲ ਡੰਗਰ ਸਾਡਾ ਹੈ ਸੀ, ਪੈਲੀ ਬੰਨਾ ਹੈ ਸੀ। ਇੰਜ ਸਾਡੀ ਮਾਂ ਨੇ ਸਾਨੂੰ ਪਾਲਿਆ ਜਿਵੇਂ ਲੋਕਾਂ ਦੇ ਪਿਓ ਜਿਉਂਦਿਆਂ ਨਹੀਂ ਉਹਨਾਂ ਨੂੰ ਪਾਲ ਸਕਦੇ। ਸਾਡੇ ਪਿਓ ਦੇ ਜਾਣ ਤੋਂ ਬਾਅਦ ਵੀ ਸਾਡੀ ਮਾਂ ਨੇ ਮਰਦਾਂ ਵਾਲਾ ਕਿਰਦਾਰ ਅਦਾ ਕੀਤਾ। ਮਾਂ ਸਾਡੀ ਬੜੇ ਜਿਗਰੇ ਵਾਲੀ। ਉਹ ਜਦੋਂ ਮੁੰਡਿਆਂ ਆਖਿਆ ਨਾ ਵੈਸ ਫੌਤ ਹੋ ਗਿਆ, ਉਹਨੇ ਆਖਿਆ ਨਹੀਂ ਮੈਂ ਨਹੀਂ ਮੰਨਦੀ, ਜਦੋਂ ਘਰੋਂ ਗਿਆ ਉਹਦੀ ਹਾਲਤ ਨਹੀਂ ਸੀ ਫੌਤ ਹੋਣ ਵਾਲੀ। ਉਹ ਮੁੰਡਿਆਂ ਉਹ ਰੋਣ ਆਂਦੇ ਨਾ ਨੈਟ ਤੇ ਖਬਰ ਚੜ੍ਹ ਗਈ ਵੈਸ ਫੌਤ ਹੋ ਗਏ ਆ। ਉਹ ਅੰਮਾਰਾਂ ਨੇ ਕਾਲ, ਆਖਰ ਮਾਂ ਸੀ, ਕਾਲ ਮਲਾਈ, ਮੇਰੇ ਵੱਡੇ ਭਰਾ ਦਾ ਨਾਂ ਸੇਲ, ਉਹ ਬੈਠੇ ਨੇ। ਜਦੋਂ ਉਹਨਾਂ ਦਾ ਮੇਰਾ ਮਤਲਬ ਇਹਨਾਂ ਨੂੰ ਕਾਲ ਮਲਾਈ ਨਾ, ਤੇ ਇਹ ਨੱਸਦੇ ਭੱਜਦੇ ਸਨ ਸਾਡਾ ਉਹ ਸਿਟੀ ਸਕੈਨ ਤੇ ਅਲਟਰਾਸਾਊਂਡ ਤੇ ਉਹ ਐਕਸਰੇ ਕਰਾਉਣ ਨਾਲ। ਇਹਨਾਂ ਕੋਲੋਂ ਫੋਨ ਨਾ ਚੁੱਕਿਆ ਗਿਆ। ਉਹਨਾਂ ਨੇ ਫੋਨ ਕੀਤਾ ਅੰਮਾਰਾਂ ਨੇ, ਸਾਡਾ ਉਹ ਡਰਾਈਵਰ ਭਾਈ ਸਲੀਮ, ਉਹਦੇ ਨੰਬਰ ਤੇ ਚੁੱਕਿਆ, ਉਹਦੇ ਕੋਲੋਂ ਵੀ ਨਾ ਗਿਆ, ਵੀ ਮਤਲਬ ਇਸੇ ਆਰੇ 'ਚ ਲੱਗੇ ਸਨ। ਤੇ ਇਹਨਾਂ ਨੂੰ ਯਕੀਨ ਹੋ ਗਿਆ ਵੀ ਕਿਤੇ ਕੰਮ ਨਾ ਖਰਾਬ ਹੋ ਗਿਆ। ਚਲੋ ਉਹ ਮੁੰਡੇ ਜਿਹੜੇ ਆਏ ਸਾਨੂੰ ਆਖਣ ਨੂੰ ਵੀ ਖਬਰ ਮਿਲ ਗਈ, ਤੇ ਉਹ ਅੰਮਾ ਵੀ ਪਰੇਸ਼ਾਨ ਹੋ ਗਏ ਵੀ ਪਤਾ ਨਹੀਂ ਹੁਣ ਫੋਨ ਨਹੀਂ ਪੇ ਚੁੱਕਦੇ ਹੋ ਰਹੇ, ਅੱਲਾ ਖੈਰ ਕਰੇ। ਕੋਈ ਅੱਧੇ ਘੰਟੇ ਬਾਅਦ ਨਾ ਉਹ ਫੋਨ ਕਰੀ ਆਉਣ, ਤੇ ਇਹਨਾਂ ਚੁੱਕ ਲਿਆ। ਤੇ ਉਹਨਾਂ ਪੁੱਛਿਆ ਵੀ ਵੈਸ ਦਾ ਕੀ ਹਾਲ ਹੈ, ਤੇ ਇਹਨਾਂ ਆਖਿਆ ਵੀ ਠੀਕ ਹੈ, ਖੜਿਆ ਸੀ ਅੰਦਰ ਤੇ ਹੁਣ ਲਿਆਂਦਾ ਬਾਹਰ ਤੇ ਠੀਕ। ਹੁਣ ਉਹਨਾਂ ਨੂੰ ਇਸ ਵੀ ਮੈਨੂੰ ਤਸੱਲੀ ਪੇ ਦਿੰਦੇ, ਉਹਨਾਂ ਆਖਿਆ ਵੀ ਜੇ ਕੰਮ ਹੋ ਗਿਆ ਅੱਲਾ ਦੀ ਰਜ਼ਾ, ਕੋਈ ਗੱਲ ਨਹੀਂ, ਅੱਲਾ ਵਾਰਸ ਹੈ, ਸੱਚੀ ਗੱਲ ਦੱਸ ਮੈਨੂੰ ਵੀ ਹੈ ਵੇ ਜਾਣੀ। ਨਾ ਆਖਿਆ ਹੈ ਚੰਗਾ ਭਲਾ ਠੀਕ ਹੈ, ਮਦਹੋਸ਼ ਦੇ ਵਿੱਚ। ਉਹਨਾਂ ਆਖਿਆ ਇੱਥੇ ਜੀ ਰੋਂਦੇ ਨੇ ਪਏ ਵੀ ਉਹ ਗੁਜ਼ਰ ਗਿਆ ਗਾ। ਉਹਨਾਂ ਆਖਿਆ ਨਹੀਂ ਹੈ ਹੀ। ਜਦੋਂ ਨਾ ਘੰਟੇ ਕੋ 3-4 ਲੰਘੇ ਨੇ ਨਾ, ਉਹਨਾਂ ਨੇ ਇੱਥੇ ਹੱਥ ਦੇ ਉੱਤੇ ਟਾਂਕੇ ਲਾਏ, ਗੁੱਟ ਦੇ ਉੱਤੇ ਆ ਜਾ ਟੁੱਟਾ ਸੀ, ਉਹਨਾਂ ਜੋੜ ਜਾੜ ਕੇ ਨਾ ਤੋਂ ਪਲਸਤਰ ਜਿਹਾ ਲਾ ਛੜਿਆ। ਤੇ ਉਹ ਡਾਕਟਰ ਆਖਣ ਲੱਗਾ ਵੀ ਇਹ ਸਿਟੀ ਸਕੈਨ ਤੇ ਅਲਟਰਾਸਾਊਂਡ ਤੇ ਐਕਸਰੇ ਕੀਤੇ ਨੇ, ਹੱਡੀਆਂ ਟੁੱਟਣ ਤੋਂ ਬਾਅਦ ਉਹਨੂੰ ਪੇਟ 'ਚ ਨਾ ਸੱਟਾਂ ਬੜੀਆਂ ਡਾਢੀਆਂ ਲੱਗ ਗਈਆਂ। ਜੇ ਤੁਸੀਂ ਇੱਥੇ ਹਸਪਤਾਲ ਰਹਿਣਾ ਚਾਹੋ ਤੁਸੀਂ ਰਹਿ ਸਕਦੇ ਹੋ, ਜੇ ਘਰ ਜਾਣਾ ਚਾਹੋ ਤੇ ਖਤਰੇ ਤੋਂ ਬਾਹਰੋਂ ਤੁਸੀਂ ਘਰ ਵੀ ਜਾ ਸਕਦੇ ਹੋ। ਮੈਂ ਫਿਰ ਇੱਥੇ ਰਹਿ ਕੇ ਕੀ ਕਰਨਾ, ਘਰ ਟੁਰ ਜਾਂਦੇ। ਰਾਤੀ ਫਿਰ 1-1:30 ਵਜੇ ਨਾ ਮੈਨੂੰ ਘਰ ਲੈਣ ਦੋ ਨੇ ਹਸਪਤਾਲੋਂ। ਜਦੋਂ ਵੱਡੇ ਵੇਲੇ ਦਿਨ ਚੜ੍ਹਿਆ ਨਾ, ਕੋਈ 8-9 ਦਾ ਟਾਈਮ ਹੋਇਆ, ਇੱਥੇ ਜਨਾਬ ਵਾਲੀ ਖਲਕਤ ਹੀ ਖਲਕ, ਉਹ ਪੋਸਟਾਂ ਚੜ੍ਹ ਗਈਆਂ ਵੀ ਇੰਨਾ ਲਿਲਾ ਵਾ ਇੰਨਾ ਲੈ ਰਾਜੀ, ਹੁਣ ਵੈਸ ਘੁੰਮਣ ਸਿਆਲਕੋਟ ਇੰਤਕਾਲ ਕਰ ਗਏ। ਹੈਂ
ਮੈਂ ਦੱਸਣਾ ਉਹ ਇੱਥੇ ਸਵੇਰੇ 8 ਵਜੇ ਤੇ ਕੋਈ ਖਦਾਈ ਵੀ ਟੁਕਦੀ ਹੈ, ਕੋਈ ਟਿਉਟੇ ਕੈਰੀ ਡੱਬੇ ਸਕੂਟਰ, ਕੋਈ ਜ਼ਫਰ ਵਾਲੋਂ ਗੁਜਰਾਤੋਂ ਗੁਜਰਾਂ ਵਾਲਿਓਂ ਵਜ਼ੀਰਾਬਾਦੋਂ ਟਸਕਾ ਸਿਆਲਕੋਟ ਇਕੱਠਾ ਹੋ ਗਿਆ ਇੱਥੇ। ਉਹ ਨਿੱਕੀ ਜੀ ਬੈਠਕ ਸੋਫੇ ਸਾਫੇ ਕੱਢ ਕੇ ਉਹਦੇ ਥੱਲੇ ਹੀ ਬਹਿ ਕੋਈ 30-40 ਜੀ ਥੱਲੇ ਬਹਿ ਗਏ, ਏਡੀ ਕੁ ਬੈਠਕ ਹੈ। ਉਹ ਜੀ ਬਾਹਰ ਬਹਿਣ ਲੱਗ ਪਏ, ਗਰਮੀਆਂ ਦੇ ਦਿਹਾੜੇ ਸਨ, ਕੋਈ ਵੀ ਨਾ ਜੀਆਂ ਦਾ ਜਿਹੜਾ ਨਾ ਮੇਰਾ ਮਤਲਬ ਹੈ ਬਹਿਣ ਖਲੋਣ ਵਾਲਾ ਥਾਂ। ਫਿਰ ਮੇਰਾ ਮਤਲਬ ਬੈਠਕ 'ਚ ਕਿੰਨੇ ਕੁ ਥੱਲੇ ਬਹਿ ਸਕਨੇ, ਬਾਹਰ ਜੀ ਬਹਿਣ ਲੱਗ ਪਏ, ਬੀਬੀਆਂ ਟਿਉਟਾ ਪੂਰਾ ਭਰਿਆ ਜ਼ਫਰ ਵਾਲੋਂ, ਬੀਬੀਆਂ ਮਾਈਆਂ ਤੇ ਬਾਬਿਆਂ ਦਾ ਆਇਆ। ਮੈਂ ਆਖਾਂ ਵੀ ਯਾਰ ਬੰਦਿਆਂ ਹੋਰਾਂ ਨੂੰ ਵੀ ਸੱਟਾਂ ਲੱਗਦੀਆਂ ਨੇ, ਐਕਸੀਡੈਂਟ ਹੁੰਦੇ ਰਹਿੰਦੇ ਨੇ, ਤੇ ਇੰਨੀ ਮਖਲੂਕ ਵੱਡੇ ਵੱਡੇ ਸਵੇਰੇ ਸਵੇਰੇ ਢੋਕਾ ਹੀ ਬਈ ਇਹ ਨਹੀਂ ਕਿ ਉਹ ਖਬਰ ਅਸਲ ਇਹ ਚੜੀ ਸੀ ਵੀ ਵੈਸ ਘੁੰਮਣ ਫੌਤ ਹੋ ਗਿਆ, ਤੇ ਜਨਾਜ਼ੇ ਦਾ ਕਿਸੇ ਵੀ ਨਹੀਂ ਲਿਖਿਆ ਵੀ ਜਨਾਜ਼ਾ ਕਿਹੜੇ ਟਾਈਮ। ਜਦੋਂ ਉਹ ਜੀ ਆਏ ਨੇ ਨਾ ਵਾਵਾ, ਤੇ ਉਹ ਮੁੰਡੇ ਇੱਕ ਨੇ ਨਾ ਮੈਨੂੰ ਕੰਨ ਦੇ ਨੇੜੇ ਹੋ ਕੇ ਨਾ ਮੰਜੀ ਦੇ ਨੇੜੇ ਹੋ ਕੇ ਤੇ ਮੈਨੂੰ ਆਂਦਾ ਸੱਚੀ ਗੱਲ ਦੱਸੋ ਨਾ, ਤੇ ਅਸੀਂ ਤੁਹਾਡੇ ਕੋਲ ਆਏ ਇਸ ਵਾਸਤੇ ਆ, ਤੁਹਾਡੇ ਵਾਸਤੇ ਇਹ ਪਤਾ ਹੀ ਨਹੀਂ ਸੀ ਨਾ ਤੁਸੀਂ ਜਿਉਂਦੇ ਹੋ, ਅਸੀਂ ਇੱਥੇ ਆਏ ਇਸ ਵਾਸਤੇ ਆ ਵੀ ਤੁਹਾਡੇ ਜਨਾਜ਼ੇ ਲਈ ਆਪਣੇ ਆ, ਜਿੰਨੇ ਜੀ ਪਿਆਉਂਦੇ ਨੇ ਜਨਾਜ਼ੇ ਲਈ ਪਿਆਉਂਦੇ ਨੇ ਵੀ ਮਰ ਗਿਆ, ਤੇ ਹੋਰ ਸਾਨੂੰ ਇਹ ਤਾਂ ਨਹੀਂ ਪਤਾ ਵੀ ਇਹ ਹੈ ਵੀ, ਤੇ ਅਸੀਂ ਤੇ ਖਬਰ ਵੇਖੀਏ ਤੁਹਾਡੇ ਫੌਤ ਹੋਣ ਦੀ, ਜਨਾਜ਼ੇ ਲਈ ਆਏ ਆ। ਤੇ ਉਹ ਮੈਂ ਫਿਰ ਉਹਨੂੰ ਆਖਿਆ ਮੈਂ ਯਾਰ ਗੱਲ ਸੁਣੋ, ਐਡਾ ਪੈਂਦਾ ਕਰਕੇ ਤੁਸੀਂ ਆਇਓ ਤੇ ਮੇਰਾ ਮਰਨਾ ਬਣਦਾ ਚਾਹੀਦਾ ਕਿ ਮੈਂ ਮਰ ਜਾ, ਘੁਸਣ ਲਾ ਪਏ ਸਾਰੇ ਜੀ ਨੇ ਜੀ। ਮੈਂ ਫਿਰ ਇਹਦਾ ਮਤਲਬ ਹੈ ਵੀ ਹੁਣ ਮੈਂ ਮਰ ਜਾ, ਨਹੀਂ ਇਹ ਗੱਲ ਨਹੀਂ, ਤੁਸੀਂ ਇੰਜ ਕਰੋ ਵੀ ਮੰਜੀ ਤੇ ਲੰਮੇ ਲੰਮੇ ਪਏ ਨਾ ਇੱਕ ਵੀਡੀਓ ਰਿਕਾਰਡ ਕਰਾਓ, ਅਸੀਂ ਵੀਡੀਓ ਬਣਾਉਂਦੇ ਤੇ ਤੁਸੀਂ ਲੰਮਿਆਂ ਪਿਆ ਹੀ ਦੱਸ ਛੜੋ ਵੀ ਮੈਂ ਇਹ ਜਿਉਣਾ ਤੇ ਇਹ ਗਲਤ ਖਬਰਾਂ ਨਾ ਚਾੜੋ। ਉਹ ਮੈਂ ਬਣਾ ਵੀਡੀਓ, ਉਹ ਐਂ ਜੀ ਮੁੰਡਾ ਵੀਡੀਓ ਪਿਆ ਬਣਾਉਂਦਾ ਸੀ ਤੇ ਮੈਂ ਮੰਜੀ ਤੇ ਲੰਮਾ ਪਿਆ, ਤੇ ਮੈਂ ਗੱਲ ਸੁਣੋ ਜਿੱਦਣ ਮੈਂ ਮਰ ਜਾਂਦਾ ਉਸ ਦਿਨ ਵੀਡੀਓ ਚਾੜ ਲਿਓ, ਫੋਟੋਆਂ ਚਾੜ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਮਰ ਤੇ ਲੈਣ ਦਿਓ। ਤੁਹਾਨੂੰ ਪਹਿਲਾਂ ਹੀ ਸੌੜ ਪੈ ਗਈ ਉਹ ਆਪਣੇ ਵਿਊ ਲੈਣ ਲਈ, ਕਮੈਂਟ ਲੈਣ ਲਈ, ਲਾਈਕ ਲੈਣ ਲਈ। ਉਹ ਫਿਰ ਮੈਂ ਆਖਿਆ ਮੈਂ ਗੱਲ ਸੁਣੋ ਹੁਣ ਇੰਨੇ ਜੀ ਆਏ ਨੇ ਤੇ ਇਹਨਾਂ ਨੂੰ ਫਿਰ ਆਹਰ ਰੋਟੀ ਟੁੱਕਰ ਤੇ ਖਾਣਾ ਨਾ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ। ਉਹ ਫਿਰ ਮੈਂ ਆਖਿਆ ਇਹਨਾਂ ਜੀਆਂ ਨੂੰ ਭਜਾਇਆ ਨਾ, ਸਾਡਾ ਪਹਿਨੋਈ ਹੈ ਉਹਦਾ ਨਾਂ ਹੈ ਕਾਜ਼ੀ ਆ ਸਦ ਅਲੀ ਹੰਜਰਾ, ਬੜਾ ਜ਼ਿੰਮੇਦਾਰ ਬੰਦਾ। ਮੈਂ ਆਗਾ ਹੋ ਕੇ ਨਾ ਤੇ ਕੌੜਾ ਵੱਟਾ ਪਕਵਾ, ਮੇਰਾ ਕੌੜਾ ਵੱਟਾ ਇੱਕ ਵਾਰੀ ਖਾ ਕਰਦਾ। ਮੈਂ ਕਿਹਾ ਜੀਆਂ ਲੂਣੇ ਮਿਲੋ, ਫਿਰ ਇੱਥੇ ਚੌਲ ਪੱਕੇ ਲੂਣੇ ਮਿੱਠੇ ਚੌਲ ਫਿਰ ਜੀਆਂ ਖਾਦੇ। ਇਹ ਗੱਲ ਸੁਣਾਉਣ ਦਾ ਮਤਲਬ ਹੈ ਵੀ ਜਿੰਨੇ ਵੇਖਣ ਵਾਲੇ ਨੇ ਸਾਰਿਆਂ ਨੂੰ ਸ਼ੁਗਲ ਦੇ ਵਿੱਚੋਂ ਇੱਕ ਪੈਗਾਮ ਦੇਣਾ ਚਾਹਨਾ, ਕੋਈ ਵੀ ਖਬਰ ਹੈ ਉਹਦੀ ਪਹਿਲਾਂ ਤਸਦੀਕ ਕਰੋ, ਇਹਦੇ 'ਚ ਸਦਾਕਤ ਕਿੰਨੀ ਹੈ। ਆਪਣੇ ਵਿਊ ਲੈਣ ਲਈ, ਕਮੈਂਟ ਲੈਣ ਲਈ, ਲਾਈਕ ਲੈਣ ਲਈ ਤੁਸੀਂ ਉਹ ਪੋਸਟਾਂ ਵੀਡੀਓ ਫੋਟੋਆਂ ਸ਼ੇਅਰ ਕਰਦੇ ਜਾਂਦੇ ਹੋ। ਵਿਊ ਲਾਈਕ ਕਮੈਂਟ ਤੁਹਾਨੂੰ ਹੋਰ ਤਰੀਕੇ ਵੀ ਜ਼ਰੀਏ ਮਿਲ ਸਕਦੇ ਨੇ, ਲੇਕਿਨ ਤੁਹਾਡੇ ਤੇ ਇਤਬਾਰ ਖਤਮ ਹੋ ਜਾਏਗਾ ਕਿ ਝੂਠ ਮਾਰਦੇ ਅੱਗੇ ਵੀ ਇਹਦੀਆਂ ਖਬਰਾਂ ਝੂਠੀਆਂ ਸਾਬਤ